नमस्कार अभी सारे जिवें कि तुहानूं पता अपनी हिस्ट्री की क्लास चल रही है। अपने हिस्ट्री के पहला 28 लैक्चर कंप्लीट हो चुके हैं। आज लैक्चर नंबर 29 है। 28वां जो लैक्चर सी वो तुगलक वंश से शुरू किया सी आपां ते मुहम्मद बिन तुगलक ते रुक गए सीगे। तो अज ज़्यादा टाइम ना लेंदे हुए लैक्चर शुरू करते हैं। मुहम्मद बिन तुगलक तो अगे वो मुंडे बारे जानते हैं जिसका नाम सी फिरोज शाह तुगलक। ठीक है, तो हैडिंग लिखते हैं तुगलक वंश। तो तुगलक वंश तुगलक वंश दे किहदी गल करन जा रहे हैं? फिरोज शाह तुगलक दी। फिरोज शाह तुगलक आपां पिछले लैक्चर से जो जानिया सी इहदे फादर साहब बारे जानिया सी, इहदे पिता बारे जो सी महमूद बिन तुगलक ते इहदा टाइम पीरियड है जिहड़ा 1351 तो लेके 1388 तक टाइम पीरियड रहा सी फिरोज शाह तुगलक दा। क्लीयर होगी गल नूं? ਤਾਂ ਜਦੋਂ ਇਹ ਗੱਦੀ ਤੇ ਬੈਠਾ ਸਭ ਤੋਂ ਪਹਿਲਾਂ ਇਹਦਾ ਕੰਮ ਕੀ ਸੀ? ਹੀ ਰਿਪੇਅਰਡ ਆਫ ਏ ਨੰਬਰ ਆਫ ਕੈਨਾਲਸ ਬਈ ਜਿਹਨੇ ਰੀਵਰਾਂ ਸਾਫ਼ ਕਰਵਾਈਆਂ, ਪਹਿਲੀ ਵਾਰੀ ਰਿਪੇਅਰ ਕਰਵਾਈ ਤੇ ਕਲੀਨ ਕਰਵਾਈ। ਇੱਕ ਤਾਂ ਸਾਫ਼ ਕਰਵਾਈਆਂ ਤੇ ਰਿਪੇਅਰ ਤੱਕ ਦਾ ਕੰਮ ਕਰਵਾਇਆ। ਉਹ ਕੌਣ ਸੀਗਾ? ਉਹ ਸੀ ਫਿਰੋਜ਼ ਸ਼ਾਹ ਤੁਗਲਕ। ਕਿਹੜੀ ਕਰਾਈਆਂ? ਤਾਂ ਸਤਲੁਜ ਤੋਂ ਲੈ ਕੇ ਘੱਗਰ ਨਦੀ ਤੱਕ ਸਾਫ਼ ਕਰਵਾਈਆਂ ਨੇ। ਯਮੁਨਾ ਤੋਂ ਹਿਸਾਰ ਤੱਕ ਸਾਫ਼ ਕਰਵਾਈਆਂ ਨੇ। ਤਾਂ ਯਮੁਨਾ ਟੂ ਹਿਸਾਰ ਬਈ ਇਹਨੇ ਰਿਵਰਾਂ ਸਾਫ਼ ਕਰਵਾਈਆਂ। ਸਤਲੁਜ ਟੂ ਘੱਗਰ, ਯਮੁਨਾ ਟੂ ਹਿਸਾਰ, ਇਹ ਸਾਰੀਆਂ ਸਾਫ਼ ਕਰਵਾਈਆਂ ਤੇ ਨਾਲ ਕੀ ਕਰਾਇਆ? ਰਿਪੇਅਰ ਕਰਵਾਈਆਂ। ਸਮਝ ਗਏ ਨਾ ਗੱਲ ਨੂੰ? ਤਾਂ ਧਿਆਨ ਰੱਖਿਓ। ਉਸ ਤੋਂ ਬਾਅਦ ਇਹਨੇ ਇੱਕ ਵਾਟਰ ਟੈਕਸ ਲਗਾਇਆ। ਵਾਟਰ ਟੈਕਸ ਲਗਾਇਆ, ਪਾਣੀ ਤੇ ਟੈਕਸ ਲਗਾਇਆ। ਇਹਨੇ ਬਹੁਤ 24 ਟੈਕਸ ਮਾਫ ਕੀਤੇ ਸੀਗੇ। 24 ਟੈਕਸ ਤਾਂ ਮਾਫ ਕੀਤੇ ਸੀ ਤੇ ਪਾਣੀ ਤੇ ਟੈਕਸ ਲਗਾਇਆ ਸੀਗਾ। ਤਾਂ ਕਿਹੜਾ ਸੀਗਾ ਟੈਕਸ? ਕਿਹੜਾ ਸੀਗਾ ਉਹ? ਹੱਕ ਆਈ ਸ਼ਾਰਬ। ਇਹਨੂੰ ਹੱਕ ਆਈ ਸ਼ਾਰਬ ਬੋਲਦੇ ਆ। ਕਿਸੇ ਬੁੱਕ 'ਚ ਹਾਸਿਲ ਆਈ ਸ਼ਾਰਬ ਵੀ ਬੋਲਦੇ ਆ। ਹਾਸਿਲ ਆਈ ਸ਼ਾਰਬ ਬਈ ਤੁਹਾਨੂੰ ਪੇਪਰ 'ਚ ਚਾਹੇ ਹਾਸਿਲ ਆਈ ਸ਼ਾਰਬ ਆ ਗਿਆ ਚਾਹੇ ਹੱਕ ਆਈ ਸ਼ਾਰਬ ਆ ਗਿਆ, ਗੱਲ ਇੱਕੋ ਹੀ ਹੈ। ਇਹ ਵਾਟਰ ਟੈਕਸ ਲਗਾਇਆ ਸੀਗਾ। ਉਸ ਤੋਂ ਬਾਅਦ ਇਹਨੇ ਇੱਕ ਡਿਪਾਰਟਮੈਂਟ ਬਣਾਇਆ ਸੀਗਾ। ਉਹ ਡਿਪਾਰਟਮੈਂਟ ਦਾ ਨਾਂ ਕੀ ਸੀ? ਦੀਵਾਨ ਆਈ ਬੰਦਾਗੌਨ ਬਈ ਬੰਦਾਗੌਨ। ਇਹਦਾ ਮਤਲਬ ਕੀ ਸੀ? ਮਤਲਬ ਜਿਨ੍ਹਾਂ ਕੋਲੇ ਕੰਮ ਹੈ ਨੀਗਾ, ਮਤਲਬ ਜਿਹੜੇ ਮੁੰਡਿਆਂ ਕੋਲੇ ਕੰਮ ਹੈ ਨੀਗਾ ਉਹ ਸਾਡੇ ਇੱਥੇ ਦਰਬਾਰ 'ਚ ਆ ਕੇ ਸਲੇਵ ਦਾ ਕੰਮ ਕਰ ਸਕਦੇ ਆ, ਐਸੇ ਗੁਲਾਮ ਦਾ ਕੰਮ ਕਰ ਸਕਦੇ ਆ। ਤਾਂ ਸਲੇਵ ਡਿਪਾਰਟਮੈਂਟ ਬਣਾਇਆ। ਤਾਂ ਬਈ ਡਿਪਾਰਟਮੈਂਟ ਦਾ ਮਤਲਬ ਕੀ ਸੀ? ਤੁਹਾਨੂੰ ਇੱਥੇ ਹਰੇਕ ਪ੍ਰਕਾਰ ਦੇ ਦੇਖੋ, ਯੰਗ ਹੋ ਗਿਆ, ਥੋੜੇ ਉਸ ਤੋਂ ਏਜ ਦੇ, ਜਿਸ ਹਿਸਾਬ ਨਾਲ ਆਪਾਂ ਨੂੰ ਕੰਮ ਚਾਹੀਦਾ ਉਸ ਹਿਸਾਬ ਦੇ ਆਪਾਂ ਨੂੰ ਇੱਥੋਂ ਦੀ ਕੀ ਮਿਲ ਜਾਣਗੇ? ਸਲੇਵ ਮਿਲ ਜਾਣਗੇ। ਤਾਂ ਉਹਦਾ ਡਿਪਾਰਟਮੈਂਟ ਦਾ ਨਾਂ ਕੀ ਸੀ? ਦੀਵਾਨ ਆਈ ਬੰਦਗਾਉਂ, ਜਿਹਦੇ ਵਿੱਚ ਸਲੇਵ ਹੁੰਦੇ ਸੀ, ਮਤਲਬ ਗੁਲਾਮ। ਇਹ ਇੰਨੇ ਈਅਰ ਦਾ, ਇਹ ਕੰਮ ਕਰ ਸਕਦਾ, ਇਹ ਇਹਦੇ ਨਾਲ। ਠੀਕ ਹੈ, ਕਲੀਅਰ ਹੋ ਗਈ ਤੁਹਾਨੂੰ? ਉਸ ਤੋਂ ਬਾਅਦ ਇਹਨੇ ਨਿਊ ਟਾਊਨ ਬਿਲਟ ਕਰਾਏ ਵੀ। ਨਿਊ ਟਾਊਨਸ ਬਿਲਟ ਕਰਾਏ ਸੀਗੇ। ਠੀਕ ਹੈ, ਦੇਖੋ ਨਿਊ ਟਾਊਨ ਬਿਲਟ ਕਰਾਏ ਜਿਹਦੇ ਵਿੱਚ ਇਹਨੇ ਟੋਟਲ 300 ਟਾਊਨ ਬਿਲਟ ਕਰਾਏ ਸੀ। 300 ਟਾਊਨ, ਪਰ ਆਪਾਂ 300 ਬਾਰੇ ਨਹੀਂ ਜਾਣਨਾ, ਆਪਾਂ ਨੂੰ 3-4 ਮੇਨ ਪਤਾ ਹੋਣੇ ਚਾਹੀਦੇ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸੀਗਾ ਫਤਿਹਾਬਾਦ, ਉਹ ਇਹਦਾ ਬਿਲਟ ਕਰਾਇਆ ਹੋਇਆ ਬਈ। ਦੂਜਾ ਹਿਸਾਰ, ਉਹ ਵੀ ਇਹਦਾ ਬਿਲਟ ਕਰਵਾਇਆ ਹੋਇਆ ਹੈ। ਤੀਜਾ ਜੌਨਪੁਰ, ਠੀਕ ਹੈ ਬਈ, ਉਹ ਵੀ ਇਹਦਾ ਬਿਲਟ ਕਰਾਇਆ ਹੋਇਆ ਹੈ। ਠੀਕ ਹੈ, ਇੱਕ ਫਿਰੋਜ਼ ਸ਼ਾਹ ਕੋਟਲਾ ਮੈਦਾਨ ਜਿਹੜਾ ਦਿੱਲੀ 'ਚ ਹੈ, ਫਿਰੋਜ਼ ਸ਼ਾਹ ਕੋਟਲਾ ਮੈਦਾਨ, ਉਹ ਵੀ ਇਹਦਾ ਹੀ ਹੈ। ਠੀਕ ਹੈ, ਐ ਕਰਦੇ ਇਹਨੇ 300 ਟਾਊਨ, ਠੀਕ ਹੈ, ਡਿਵੈਲਪਮੈਂਟ ਕਰਾਏ ਸੀ। 300 ਟਾਊਨਸ ਡਿਵੈਲਪਮੈਂਟ ਕਰਾਏ ਸੀ। ਕਿਹਦੀ ਯਾਦ 'ਚ? ਇਨ ਮੈਮੋਰੀ ਆਫ ਮੁਹੰਮਦ ਬਿਨ ਤੁਗਲਕ ਬਈ ਜੋ ਇਹਦੇ ਫਾਦਰ ਸਾਹਿਬ ਸੀਗੇ
ਇਹਨਾਂ ਦੀ ਯਾਦ ਦੇ ਵਿੱਚ ਬਣਵਾਈਆਂ ਸੀਗੇ ਨਵੇਂ ਟਾਊਨਸ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹ ਸੀਗਾ ਸਾਰੇ ਦਾ ਸਾਰਾ। ਦੇਖੋ ਫਿਰੋਜ਼ ਸ਼ਾਹ ਤੁਗਲਕ 1351 ਤੋਂ 1388 ਤੱਕ ਆਇਆ। ਸਭ ਤੋਂ ਜ਼ਿਆਦਾ ਟਾਈਮ ਪੀਰੀਅਡ ਪਤਾ ਬਹੁਤ ਵਧੀਆ ਰਿਹਾ, ਇਹ ਮਹਾਨ ਰਿਹਾ। ਇਹਨੇ ਕੰਮ ਕੀ ਕਰਾਇਆ? ਰਿਪੇਅਰ ਕਰਾਈਆਂ ਕਿ ਸਤਲੁਜ ਤੋਂ ਘੱਗਰ ਤੱਕ ਤੇ ਯਮੁਨਾ ਤੋਂ ਹਿਸਾਰ ਤੱਕ। ਵਾਟਰ ਟੈਕਸ ਲਗਾਏ। ਹੱਕਾਈ ਸ਼ਰਬ ਤੇ ਹਾਸਿਲਾਈ ਸ਼ਰਬ ਇੱਕੋ ਹੀ ਹੈ। ਉਸ ਤੋਂ ਬਾਅਦ ਦੀਵਾਨ ਬੰਦਗਾਉਂ ਸ਼ੁਰੂ ਕਰਾਇਆ। ਸਲੇਵ ਡਿਪਾਰਟਮੈਂਟ ਸੀਗਾ। ਉਸ ਤੋਂ ਬਾਅਦ ਇਹਨੇ ਨਿਊ ਟਾਊਨ ਵਸਾਇਆ, 300 ਨਿਊ ਟਾਊਨ, ਜਿਹਦੇ ਵਿੱਚ ਫਤਿਹਾਬਾਦ ਆ ਗਿਆ, ਹਿਸਾਰ ਆ ਗਿਆ, ਜੌਨਪੁਰ ਆ ਗਿਆ, ਫਿਰੋਜ਼ ਸ਼ਾਹ ਕੋਟਲਾ ਮੈਦਾਨ ਆ ਗਿਆ। ਇਹਦਾ ਸਾਰਾ ਪਤਾ ਹੋਣਾ ਚਾਹੀਦਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹਨੂੰ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਪਹਿਲਾਂ ਨੋਟ ਕਰੋ ਇਹਨੂੰ। ਹਾਂ ਬਈ, ਉਸ ਤੋਂ ਬਾਅਦ ਇਹਨੇ ਕੀ ਕਰਾਇਆ? ਹੀ ਬਰਾਊਟ 2 pillars of Ashoka from Topara and Meerut to Delhi। ਬਈ ਹੁਣ ਧਿਆਨ ਨਾਲ ਗੱਲ ਸੁਣਿਓ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਅਸ਼ੋਕਾ ਨੇ ਪਿਲਰਾਂ ਤੇ ਪਹਿਲਾਂ ਲੇਖ ਲਿਖਾਈ ਸੀ। ਅਸ਼ੋਕ ਦੀ ਗੱਲ ਕਰ ਰਹੇ ਹਾਂ, ਮਹਾਨ ਅਸ਼ੋਕਾ ਦੀ ਗੱਲ ਕਰ ਰਹੇ ਹਾਂ। ਅਸ਼ੋਕ ਜਿਹੜਾ ਰਾਜਾ ਸੀਗਾ, ਉਹਨੇ ਪਿਲਰ ਲਿਖਾਏ ਸੀਗੇ, ਪਿਲਰਾਂ ਤੇ ਨਾ ਲੇਖ ਲਿਖਾਏ ਸੀ। ਜਿਹਨੇ ਨਹੀਂ ਲੈਕਚਰ ਦੇਖਿਆ, ਪਹਿਲਾਂ ਅਸ਼ੋਕਾ ਵਾਲਾ ਲੈਕਚਰ ਦੇਖ ਕੇ ਆਓ, ਮੈਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ। ਉਹਨੇ ਕੁਝ ਲੇਖ ਲਿਖਾਏ ਸੀ, ਉਹ ਪਿਲਰ ਤੇ ਲਿਖਾਏ ਗਏ ਸੀ, ਜੇ ਐਜ਼ ਏ ਖੰਭੇ ਤੇ ਕਹਿ ਦੋ। ਤਾਂ ਉਹ ਪਿਲਰ ਨੂੰ ਕਿੱਥੋਂ? ਫਰੋਮ ਮੈਰੂਟ ਐਂਡ ਟੋਪਾਰਾ, ਇਹ ਜਗ੍ਹਾ ਹੈਗੀਆਂ, ਇੱਥੋਂ ਦੀ ਲਿਆਇਆ ਗਿਆ। ਉਹ ਪਿਲਰਾਂ ਨੂੰ ਕਿੱਥੇ ਲਿਆਇਆ ਗਿਆ? ਦਿੱਲੀ 'ਚ ਲਿਆਇਆ ਗਿਆ। ਮਤਲਬ ਮੈਰੂਟ ਤੇ ਟੋਪਾਰਾ ਤੋਂ ਚੱਕ ਕੇ ਕਿੱਥੇ ਲਿਆਇਆ ਗਿਆ? ਦਿੱਲੀ 'ਚ। ਇਹ ਕੰਮ ਕਰਾਇਆ ਸੀ। ਉਸ ਤੋਂ ਬਾਅਦ ਦੂਜਾ ਕੰਮ, ਇਹਨੇ ਦਿੱਲੀ ਜਿਹੜੀ ਜਗ੍ਹਾ ਹੈਗੀ, ਦਿੱਲੀ 'ਚ ਦਾਰੁਲ ਸਿਫਾ ਇਹ ਨਾਂ ਦਾ ਹਸਪੀਟਲ ਖੁਲਾਇਆ ਸੀ। ਇਹ ਹਸਪੀਟਲ ਬਣਿਆ ਸੀ ਦਾਰੁਲ ਸਿਫਾ, ਜੋ ਕਿ ਕਿੱਥੇ ਸੀਗਾ? ਫਿਰੋਜ਼ ਸ਼ਾਹ ਤੁਗਲਕ ਦੁਆਰਾ ਖੜਾਇਆ ਗਿਆ ਸੀ, ਕਿੱਥੇ? ਦਿੱਲੀ 'ਚ। ਠੀਕ ਹੈ, ਇਹ ਹਸਪੀਟਲ ਸੀਗਾ। ਤਾਂ ਇਹਦਾ ਧਿਆਨ ਰੱਖਿਓ ਮਾੜਾ ਜਿਹਾ। ਠੀਕ ਹੈ, ਇਹ ਕੁਐਸਚਨ ਆਇਆ ਹੋਇਆ ਪੇਪਰ 'ਚ, ਇਹਦਾ ਧਿਆਨ ਰੱਖਣਾ ਹੈ ਜ਼ਰੂਰ। ਠੀਕ ਹੈ ਬਈ, ਹਸਪੀਟਲ ਸੀਗਾ। ਉਸ ਤੋਂ ਬਾਅਦ ਇਹਨੇ ਇੱਕ ਡਿਪਾਰਟਮੈਂਟ ਵੀ ਬਣਾਇਆ ਸੀ, ਦੀਵਾਨ ਆਈ ਖੈਰੀਅਤ। ਇਹਦੇ ਵਿਚਕਾਰ ਕੀ ਕਰਦਾ ਸੀ? ਇਹਦੇ ਵਿੱਚ ਜਿਹੜੀ ਗਰੀਬ ਕੁੜੀਆਂ ਹੈਗੇ, ਉਹਨਾਂ ਦੇ ਵਿਆਹ ਕਰਾਉਣ ਦੀ ਪ੍ਰਥਾ ਸੀਗੀ। ਇਹ ਜੋ ਡਿਪਾਰਟਮੈਂਟ ਬਣੇਗਾ, ਇਹ ਗਰੀਬ ਪੂਅਰ ਹੈ, ਉਹਨਾਂ ਦਾ ਵਿਆਹ ਕਰਾਏਗਾ। ਪੂਅਰ ਗਰਲਸ ਦਾ, ਤਾਂ ਮੈਰੀਏਜ ਆਫ ਪੂਅਰ ਗਰਲਸ। ਕਲੀਅਰ ਹੋ ਗਈ? ਤਾਂ ਇਹ ਕੰਮ ਕਰਾਏਗਾ, ਇਹ ਜਿਹੜਾ ਡਿਪਾਰਟਮੈਂਟ ਸੀਗਾ, ਪੂਅਰ ਗਰਲ ਦੀ ਮੈਰਿਜ ਕਰਵਾਏਗਾ। ਧਿਆਨ ਰੱਖਿਓ। ਉਸ ਤੋਂ ਬਾਅਦ ਚੌਥਾ ਕੰਮ, ਕੁਤਬ ਮੀਨਾਰ ਨੂੰ ਕੰਸਟਰਕਸ਼ਨ ਕਰਵਾਈ। ਤਾਂ ਕੰਸਟਰਕਸ਼ਨ ਕਿਹਨੇ ਕਰਵਾਈ ਸੀ? ਤਾਂ ਕੰਸਟਰਕਸ਼ਨ ਕੰਮ ਦਾ ਕਰਵਾਇਆ ਸੀਗਾ ਫਿਰੋਜ਼ ਸ਼ਾਹ ਤੁਗਲਕ ਨੇ। ਸਟਰਕ ਲਾਈਟਿੰਗ ਦਾ ਵੀ ਕੰਮ ਕਰਵਾਇਆ ਸੀ, ਕਿੱਥੇ? ਕੁਤਬ ਮੀਨਾਰ 'ਚ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਇਹਨੇ ਮਥੁਰਾ ਡਿਸਟਰੋਇਡ ਕਰਾਇਆ ਸੀਗਾ, ਮਥੁਰਾ ਨੂੰ ਤੋੜਾਇਆ ਸੀਗਾ ਵੀ। ਇਹਨੇ ਨਗਰਕੋਟ ਟੈਂਪਲ ਹੋ ਗਿਆ, ਮਥੁਰਾ ਹੋ ਗਿਆ, ਜਿੰਨੇ ਵੀ ਹਿੰਦੂ ਦੇ ਟੈਂਪਲ ਸੀਗੇ, ਉਹ ਇਹਦੇ ਦੁਆਰਾ ਤੋੜਾਏ ਗਏ ਸੀਗੇ, ਕਿਉਂਕਿ ਇਹ ਆਪ ਕੀ ਸੀਗਾ? ਇੱਕ ਮੁਸਲਿਮ ਸੀਗਾ। ਤਾਂ ਇਸ ਲਈ ਇਹਨੇ ਇਹ ਕੰਮ ਕਰਾਏ, ਮਥੁਰਾ ਡਿਸਟਰੋਇਡ ਕਰਾਇਆ ਬਈ। ਉਸ ਤੋਂ ਬਾਅਦ ਕੁਤਬ ਮੀਨਾਰ ਕੰਸਟਰਕਸ਼ਨ ਕਰਵਾਇਆ। ਦੇਖੋ, ਕੁਤਬ ਮੀਨਾਰ ਨੂੰ ਕੰਸਟਰਕਸ਼ਨ ਕਰਵਾ ਰਿਹਾ ਤੇ ਮਥੁਰਾ ਨੂੰ ਤੋੜਾ ਰਿਹਾ। ਉਸ ਤੋਂ ਬਾਅਦ ਦੀਵਾਨ-ਏ ਖੈਰੀਅਤ, ਜਿਹਦੇ ਵਿੱਚ ਦੀਵਾਨ-ਏ ਖੈਰੀਅਤ ਦੇ ਵਿੱਚ ਕੀ ਸੀ? ਪੂਅਰ ਗਰਲ ਦਾ ਮੈਰਿਜ ਕਰਾਉਂਦੇ ਸੀ। ਇੱਕ ਦੀਵਾਨ-ਏ ਬੰਦਗੋ ਜਿਹੜਾ ਹੁਣੀ ਲਿਖਾਇਆ ਸੀ, ਉਸ 'ਚ ਸਲੇਵ ਚੁਣੇ ਜਾਂਦੇ ਸੀ, ਸਲੇਵ ਦਾ ਡਿਪਾਰਟਮੈਂਟ ਸੀਗਾ। ਉਸ ਤੋਂ ਬਾਅਦ ਦਿੱਲੀ 'ਚ ਹਸਪੀਟਲ ਖੜਾਇਆ ਸੀ, ਦਾਰੁਲ ਸਿਫਾ। ਉਸ ਤੋਂ ਬਾਅਦ ਉਹ ਪਿਲਰ ਚੱਕ ਕੇ ਲਿਆਇਆ ਸੀਗਾ, ਠੀਕ ਹੈ, ਟੋਪਾਰਾ ਤੋਂ ਮੈਰਿਟ ਤੋਂ ਕਿੱਥੇ ਲਿਆ ਸੀ? ਦਿੱਲੀ 'ਚ ਲਿਆਇਆ ਸੀ। ਫਿਰ ਇਹਨੇ ਨਿਊ ਕੁਆਇਨ ਵੀ ਚਲਾਏ ਸੀਗੇ ਬਈ, ਨਿਊ ਕੁਆਇਨ। ਠੀਕ ਹੈ ਬਈ, ਤਾਂ ਨਿਊ ਕੁਆਇਨ ਕਿਹੜੇ ਸੀ? ਨਿਊ ਕੁਆਇਨ ਜਿਹੜੇ ਚਲਾਏ ਸੀਗੇ, ਨਿਊ ਕੁਆਇਨਸ, ਉਹਨਾਂ ਦੇ ਵਿੱਚੋਂ ਪਹਿਲਾਂ ਸੀ ਆਧਾ ਤੇ ਇੱਕ ਸੀ ਬਿਕ। ਆਧਾ ਤੇ ਬਿਕ, ਇਹ ਕੁਆਇਨ ਚਲਾਏ ਗਏ ਸੀਗੇ। ਆਧਾ ਤੇ ਬਿਕ ਕਿਹਦੇ ਦੁਆਰਾ ਚਲਾਏ ਗਏ ਸੀ? ਫਿਰੋਜ਼ ਸ਼ਾਹ ਤੁਗਲਕ ਦੁਆਰਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹ ਨਵੇਂ ਕੁਆਇਨ ਚਲਾਏ ਸੀ। ਇਸ ਤੋਂ ਬਾਅਦ ਹਲੇ ਹੋਰ ਪਿਆ ਫਿਰੋਜ਼ ਸ਼ਾਹ ਤੁਗਲਕ। ਪਹਿਲਾਂ ਹੈਡਿੰਗ ਨੋਟ ਕਰੋ, ਫਿਰ ਅੱਗੇ ਚੱਲਦੇ ਹਾਂ। ਹਾਂ ਬਈ, ਉਸ ਤੋਂ ਬਾਅਦ ਇਹ ਸਮਝਿਓ, ਇਹਨੇ 4 ਤਰ੍ਹਾਂ ਦੇ ਟੈਕਸ ਲਗਾਏ ਸੀ। ਪਹਿਲਾਂ ਟੈਕਸੇਸ਼ਨ ਲਿਖਦੇ ਆਪਾਂ, ਫਿਰ ਸਮਝਦੇ ਹਾਂ। ਟੈਕਸੇਸ਼ਨ ਸਿਸਟਮ ਬਈ, ਜਦੋਂ ਇਹ ਰਾਜਾ ਬਣਿਆ ਫਿਰੋਜ਼ ਸ਼ਾਹ ਤੁਗਲਕ, ਉਸ ਟਾਈਮ ਤੇ 24 ਟੈਕਸ ਸੀਗੇ। 24 ਟੈਕਸ ਬਈ। ਜਦੋਂ ਇਹ ਰਾਜਾ ਬਣਿਆ, ਇਹ ਇੱਕ ਹਿੰਦੂ ਸੀਗਾ। ਧਿਆਨ ਨਾਲ ਸੁਣਿਓ, ਹਿੰਦੂ ਕਿਵੇਂ ਹੋਇਆ? ਮੁਹੰਮਦ ਬਿਨ ਤੁਗਲਕ ਮੁਸਲਮਾਨ ਸੀ, ਪਰ ਉਹਨੇ ਜਿਹਦੇ ਨਾਲ ਵਿਆਹ ਕਰਵਾਇਆ ਸੀ, ਉਹ ਇੱਕ ਹਿੰਦੂ ਸੀਗੀ।
ਜੈਲਾ ਇਹਦੀ ਮਾਤਾ ਦਾ ਨਾਂ ਸੀਗਾ, ਜਿਹਦੇ ਨਾਲ ਵਿਆਹ ਕਰਾਇਆ ਸੀ, ਉਹ ਹਿੰਦੂ ਸੀਗੀ। ਤਾਂ ਇਸ ਲਈ ਜਦੋਂ ਇਹ ਗੱਦੀ ਤੇ ਬੈਠਾ ਤਾਂ ਲੋਕਾਂ ਨੇ ਇਤਰਾਜ਼ ਕੀਤਾ ਵੀ ਗੱਦੀ ਤੇ ਕੋਈ ਇੰਡੀਅਨ ਨਹੀਂ ਬੈਠੂਗਾ। ਹਾਲਾਂਕਿ ਇਹ ਮੁਸਲਮਾਨ ਸੀਗਾ, ਕਿਉਂਕਿ ਇਹਦੇ ਫਾਦਰ ਸਾਹਿਬ ਕੌਣ ਸੀ? ਮੁਸਲਮਾਨ ਸੀਗੇ। ਤਾਂ ਲੋਕਾਂ ਦਾ ਪਿਆਰ ਪਾਉਣ ਵਾਸਤੇ ਇਹਨੇ 24 ਟੈਕਸ 24 ਦੇ 24 ਕੱਟਤੇ ਵੀ ਕੋਈ ਟੈਕਸ ਨਹੀਂ ਪਏਗਾ, ਤਾਂ ਕਿ ਲੋਕੀ ਮੈਨੂੰ ਮੰਨਣ। ਤਾਂ ਇਸ ਲਈ 24 ਟੈਕਸ ਕਿਹਨੇ ਮਾਫ ਕਰਤੇ? ਫਿਰੋਜ਼ ਸ਼ਾਹ ਤੁਗਲਕ ਨੇ ਮਾਫ ਕਰਤੇ ਸੀਗੇ। ਜਦ ਕਿ ਮੈਂ ਦੱਸਿਆ ਵੀ ਇਹਦਾ ਪਿਤਾ ਤਾਂ ਸੀਗਾ ਮੁਸਲਮਾਨ ਸੀਗਾ, ਬਟ ਜਿਹੜੀ ਮਾਤਾ ਸੀ ਉਹ ਕੌਣ ਸੀ? ਹਿੰਦੂ ਸੀ। ਉਹਦਾ ਦਾ ਪਿਆਰ ਪਾਉਣ ਵਾਸਤੇ, ਪ੍ਰਜਾ ਦਾ ਪਿਆਰ ਪਾਉਣ ਵਾਸਤੇ 24 ਟੈਕਸ ਮਾਫ ਕਰਤੇ। 4 ਟੈਕਸ ਰੱਖੇ ਸੀ ਟੈਕਸੇਸ਼ਨ ਸਿਸਟਮ 'ਚ। ਉਹ 4 ਟੈਕਸ ਕਿਹੜੇ ਸੀ? ਪਹਿਲਾ ਸੀ ਖੈਰਾਜ, ਠੀਕ ਹੈ। ਦੂਜਾ ਕਿਹੜਾ ਸੀ? ਜ਼ਕਾਤ। ਤੀਜਾ ਸੀ ਵੀ ਜਜ਼ੀਆ, ਇਹ ਬਹੁਤ ਇੰਪੋਰਟੈਂਟ ਹੈ ਜਜ਼ੀਆ, ਇਹ ਬਹੁਤ ਵਾਰੀ ਕੁਐਸਚਨ ਆਇਆ ਜਜ਼ੀਆ। ਚੌਥਾ ਸੀ ਖਮਾਸ। ਇਹ 4 ਦੇ 4 ਟੈਕਸ ਪਤਾ ਹੋਣੇ ਚਾਹੀਦੇ। ਇਹ ਕਾਹਦਾ ਸੀਗਾ? ਇਹ ਸੀਗਾ 1/10 ਆਫ ਲੈਂਡ ਟੈਕਸ। ਕਲੀਅਰ ਹੈ ਬਈ? ਲੈਂਡ, ਜਿਵੇਂ ਮੰਨ ਲਓ ਮੈਂ ਜਗ੍ਹਾ ਲੈਣੀ ਹੈ, ਅੱਜ ਦੇ ਟਾਈਮ 'ਚ ਤੁਸੀਂ ਆਪਾਂ ਜਗ੍ਹਾ ਲੈਂਦੇ ਆ ਤਾਂ ਆਪਾਂ ਨੂੰ ਉਹਦੀ ਕੀ ਕਰਾਂਗੇ? ਰਜਿਸਟਰੀ ਕਰਾਉਣੀ ਪੈਂਦੀ ਹੈ ਤੇ ਗਵਰਨਮੈਂਟ ਨੂੰ ਪੈਸੇ ਦੇਣੇ ਪੈਂਦੇ ਆ। ਉਵੇਂ ਹੀ ਉਸ ਜਗ੍ਹਾ ਦਾ 1/10ਵਾਂ ਹਿੱਸਾ ਕਿੱਥੋਂ ਜਾਊਗਾ? ਤਾਂ ਖੈਰਾਜ ਦੇ ਵਿੱਚ ਸੀਗਾ 1/10ਵਾਂ ਹਿੱਸਾ ਜਾਏਗਾ। ਕਿਹਨੂੰ ਜਾਏਗਾ? ਲੈਂਡ ਟੈਕਸ, ਆਪਣੀ ਜਗ੍ਹਾ ਦਾ ਟੈਕਸ ਜਾਏਗਾ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਜ਼ਕਾਤ ਕਾਹਦਾ ਸੀਗਾ? 2.5 ਟੈਕਸ ਔਨ ਪ੍ਰੋਪਰਟੀ। ਅਗਰ ਤੁਹਾਡੀ ਕੋਈ ਪ੍ਰੋਪਰਟੀ ਹੈਗੀ ਹੈ, ਅਗਰ ਆਪਣੀ ਕਿਸੇ ਦੀ ਕੋਈ ਪ੍ਰੋਪਰਟੀ ਹੈਗੀ ਹੈ ਤਾਂ ਉਹਦੇ ਉੱਤੇ 2.5% ਟੈਕਸ ਦੇਣਾ ਪਏਗਾ। ਕਿਹਨੂੰ ਦੇਣਾ ਪਏਗਾ? ਫਿਰੋਜ਼ ਸ਼ਾਹ ਤੁਗਲਕ ਨੂੰ। ਪਹਿਲਾ ਸੀ ਪ੍ਰੋਪਰਟੀ ਦਾ, ਦੂਜਾ ਸੀਗਾ ਲੈਂਡ ਟੈਕਸ। ਕਲੀਅਰ ਹੋ ਗਈ? 2 ਪ੍ਰਕਾਰ ਦੇ ਟੈਕਸ ਸੀਗੇ। ਤੀਜਾ ਟੈਕਸ ਸਪੈਸ਼ਲੀ ਲੱਗਿਆ ਸੀ ਬ੍ਰਾਹਮਣ ਤੇ, ਬ੍ਰਾਹਮਿਨਸ। ਬਈ ਹੁਣ ਤੱਕ ਜਿੰਨਾ ਵੀ ਮੈਂ ਪੜਾਇਆ, ਜਦੋਂ ਦੀ ਆਪਾਂ ਗੱਲ ਕਰ ਰਹੇ ਹੜੱਪਾ ਸਿਵਲਾਈਜੇਸ਼ਨ ਦੀ, ਕਦੇ ਵੀ ਟੈਕਸ ਨਹੀਂ ਪਿਆ ਸੀ ਬ੍ਰਾਹਮਣ ਨੂੰ। ਜਜ਼ੀਆ ਟੈਕਸ ਪਹਿਲੀ ਵਾਰੀ ਪਿਆ ਬ੍ਰਾਹਮਣ ਨੂੰ, ਤਾਂ ਬ੍ਰਾਹਮਣ ਨੂੰ ਫਸਟ ਪੈਣ ਵਾਲਾ ਇਹ ਟੈਕਸ ਸੀਗਾ। ਕਲੀਅਰ ਹੋ ਗਈ? ਉਹਨਾਂ ਨੂੰ ਵੀ ਜਜ਼ੀਆ ਦੇ ਵਿੱਚ ਕੀ ਆ ਗਿਆ? ਸਾਰੇ ਟੈਕਸ ਪੈਣਗੇ ਜਿਹੜੇ ਆਮ ਲੋਕਾਂ ਨੂੰ ਪੈਂਦੇ ਆ। ਤਾਂ ਇਸ ਲਈ ਬ੍ਰਾਹਮਣ ਨੂੰ ਪਹਿਲਾ ਟੈਕਸ ਪਿਆ ਸੀ। ਜਜ਼ੀਆ ਟੈਕਸ ਕਿਹਨਾਂ ਨੂੰ ਪਿਆ ਸੀ? ਬ੍ਰਾਹਮਣ ਨੂੰ। ਇਹ ਪਤਾ ਹੋਣਾ ਚਾਹੀਦਾ, ਠੀਕ ਹੈ। ਖਮਾਸ, ਇਹਦੇ ਵਿੱਚ 1/6 ਆਫ, ਠੀਕ ਹੈ, ਬੁੱਟੀ ਕੈਪਚਰਡ ਆਫ ਵਾਰ। ਬਈ ਜਿਹੜਾ ਕਿਸੇ ਲੜਾਈ ਚੋਂ ਮਾਲ ਲੁੱਟਿਆ ਜਾਊਗਾ, ਜਿਹੜਾ ਕਿਸੇ ਲੜਾਈ ਚੋਂ ਕੈਪਚਰ ਕੀਤਾ ਜਾਏਗਾ, ਉਹ ਲੜਾਈ ਦਾ ਮਾਲ ਹੈ, ਉਹ ਸਾਰੇ ਦਾ ਸਾਰਾ ਮਾਲ ਹੈ, ਉਹਦੇ ਵਿੱਚੋਂ 1/6ਵਾਂ ਹਿੱਸਾ ਕਿਹਨੂੰ ਜਾਏਗਾ? ਰਾਜੇ ਨੂੰ ਜਾਏਗਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਇਹਦੇ ਵਿੱਚ ਲਿਖਿਆ ਸੀ ਫਿਰੋਜ਼ ਸ਼ਾਹ ਤੁਗਲਕ ਨੇ 4 ਤਰ੍ਹਾਂ ਦੇ ਟੈਕਸ ਲਗਾਏ ਹੈ। 4 ਤਰ੍ਹਾਂ ਦੇ ਟੈਕਸ ਕਿਹੜੇ ਲਗਾਏ ਹੈ? ਖੈਰਾਜ, ਜ਼ਕਾਤ, ਜਜ਼ੀਆ ਤੇ ਖਮਾਸ। ਇਹ 4 ਤਰ੍ਹਾਂ ਦੇ ਟੈਕਸ ਲਗਾਏ ਸੀ। ਕਲੀਅਰ ਹੋ ਗਈ? ਇਹ ਵਾਰ ਦਾ ਕੋਈ ਵੀ ਲੁੱਟ ਹੈ ਉਹਦਾ 1/6ਵਾਂ ਹਿੱਸਾ ਰਾਜੇ ਨੂੰ ਜਾਏਗਾ। ਉਸ ਤੋਂ ਬਾਅਦ ਇਹਦੇ ਦਰਬਾਰ 'ਚ ਇੱਕ ਬੰਦਾ ਸੀਗਾ, ਮਤਲਬ ਇਹਦੇ ਕੋਰਟ ਦੇ ਵਿੱਚ ਸੀਗਾ, ਉਹਦਾ ਨਾਂ ਕੀ ਸੀ? ਬਰਾਨੀ। ਇਹਦੇ ਦਰਬਾਰ 'ਚ ਇੱਕ ਬੰਦਾ ਸੀ ਜਿਹਦਾ ਨਾਂ ਸੀ ਬਰਾਨੀ ਇਹਦੇ ਕੋਰਟ 'ਚ ਸੀਗਾ। ਉਹਦੇ ਦੁਆਰਾ ਬੁੱਕਾਂ ਲਿਖੀਆਂ ਗਈਆਂ। ਕਿਹੜੀ ਲਿਖੀ ਗਈ ਹੈ? ਇੱਕ ਤਾਂ ਲਿਖੀ ਹੈ ਫਤਵਾ ਆਈ ਜਹਾਂਗੀਰੀ, ਇੱਕ ਤਾਰਿਕ ਆਈ ਫਿਰੋਜ਼ ਸ਼ਾਹੀ। ਭਈਆ 2 ਬੁੱਕਾਂ ਦਾ ਨਾਮ ਧਿਆਨ 'ਚ ਰੱਖਿਓ। ਇਹਦੇ ਵਿੱਚ ਜ਼ਿਕਰ ਮਿਲਦਾ ਹੈ ਫਿਰੋਜ਼ ਸ਼ਾਹ ਤੁਗਲਕ ਦਾ, ਤਾਰਿਕ ਆਈ ਫਿਰੋਜ਼ ਸ਼ਾਹੀ ਤੇ ਫਤਵਾ ਆਈ ਜਹਾਂਗੀਰੀ, ਜੋ ਕਿ ਕਿਹਦੇ ਦੁਆਰਾ ਲਿਖੀ? ਬਰਾਨੀ ਦੇ ਦੁਆਰਾ। ਉਹ ਇਹਦੇ ਦਰਬਾਰ ਦਾ ਬੰਦਾ ਸੀ। ਕਲੀਅਰ ਹੋ ਗਈ? ਪੋਇਟ ਸੀਗਾ। ਇਹਦਾ ਧਿਆਨ ਰੱਖਿਓ। ਇਸ ਤੋਂ ਬਾਅਦ ਇਹਦੀ ਡੈਥ ਹੋ ਜਾਂਦੀ ਹੈ। 1388 'ਚ ਇਹਦੀ ਡੈਥ ਹੋ ਜਾਂਦੀ ਹੈ। ਬਾਅਦ 'ਚ ਇਹਦਾ ਮੁੰਡਾ ਆਂਦਾ ਹੈ ਜਿਹਦਾ ਨਾਂ ਸੀਗਾ ਨਿਸ਼ਰੁਦੀਨ ਸ਼ਾਹ ਜਿਹੜਾ ਸੀਗਾ, ਉਹਨੂੰ ਮੁਹੰਮਦ ਸ਼ਾਹ ਵੀ ਕਹਿੰਦੇ ਆ, ਠੀਕ ਹੈ। ਤਾਂ ਉਹ ਆਪਾਂ ਅਗਲੇ ਲੈਕਚਰ 'ਚ ਜਾਣਾਂਗੇ। ਅੱਜ ਲਈ ਇੰਨਾ ਬਹੁਤ ਹੈ। ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ। ਅਜਿਹੀ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ। ਅੱਜ ਲਈ ਇੰਨਾ ਬਹੁਤ ਹੈ। ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ ਐਂਡ ਰਾਧੇ ਰਾਧੇ। ਥੈਂਕ ਯੂ।